ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਨਾਮਦੇਵ ਜੀ ਦਾ ਜਨਮ ਮਹਾਰਾਸ਼ਟਰ ਦੇ ਅਜੋਕੇ ਜ਼ਿਲ੍ਹੇ ਹੰਗੋਲੀ ਦੇ ਪਿੰਡ ਨਾਸੀ ਬਾਮਨੀ ਵਿਖੇ ਪਿਤਾ ਦਾਮ ਸੇਠੀ ਤੇ ਮਾਤਾ ਗੋਨਾਬਾਈ ਦੀ ਕੁੱਖੋਂ ਹੋਇਆ। ਇੱਕ ਭੈਣ ਸੀ ਜਿਸ ਦਾ ਨਾਂ ਓਂਬਾਈ ਸੀ। ਭਗਤ ਜੀ ਦੀ ਜਾਤ ਸਿੰਬਾ ਸੀ। ਭਗਤ ਨਾਮਦੇਵ ਜੀ ਬਚਪਨ ਤੋਂ ਹੀ ਹਮੇਸ਼ਾ ਕਿਸੇ ਡੂੰਘੀ ਸੋਚ ਵਿੱਚ ਗੁਆਚੇ ਰਹਿੰਦੇ ਸਨ। ਭਗਤ ਜੀ ਬਾਲਿਕਾਂ ਨਾਲੋਂ ਬਿਲਕੁਲ ਵੱਖਰੇ ਸਨ। ਉਦਾਸੀ ਅਤੇ ਸ਼ਕਤੀ ਦੇ ਦੋ ਕੰਢਿਆਂ ਵਿੱਚ ਭਗਤ ਜੀ ਦਾ ਨਿੱਤ ਜੀਵਨ ਆਪਣੀ ਹੀ ਚਾਲੇ ਵਹਿ ਰਿਹਾ ਸੀ। ਆਮ ਬੱਚਿਆਂ ਵਾਲੀਆਂ ਖੇਡਾਂ ਭਗਤ ਜੀ ਦਾ ਮਨ ਨਹੀਂ ਸਨ ਪਰਚਾਉਂਦੀਆਂ। ਸ਼ਰਾਰਤਾਂ ਨਾਲ ਵੀ ਭਗਤ ਜੀ ਦਾ ਕੋਈ ਲਗਾਓ ਨਹੀਂ ਸੀ। ਭਗਤ ਜੀ ਆਪਣੀ ਉਮਰ ਨਾਲੋਂ ਵੱਡੇ ਲੱਗਦੇ ਸਨ ਅਤੇ ਸੰਜੀਦਾ ਸੰਗਤ ਵਿੱਚ ਉਹਨਾਂ ਨੂੰ ਸੰਤੁਸ਼ਟੀ ਮਹਿਸੂਸ ਹੁੰਦੀ ਸੀ। ਹਰ ਗੱਲ ਧਿਆਨ ਨਾਲ ਸੁਣਨ ਅਤੇ ਫਿਰ ਉਹਨਾਂ ਨੂੰ ਗੁਣਾ ਔਗੁਣਾਂ ਦੇ ਆਧਾਰ ਤੇ ਗ੍ਰਹਿਣ ਕਰਨ ਦਾ ਸੁਭਾਅ ਭਗਤ ਜੀ ਦੇ ਬਚਪਨ ਵਿੱਚ ਹੀ ਸਾਹਮਣੇ ਆਉਣ ਲੱਗ ਪਿਆ ਸੀ। ਭਗਤ ਜੀ ਦਾ ਸੰਸਾਰਕ ਪੜ੍ਹਾਈ ਵੱਲ ਨਹੀਂ ਸਗੋਂ ਉਹਨਾਂ ਦਾ ਧਿਆਨ ਤਾਂ ਕੇਵਲ ਬਿਠਲ ਮਤਲਬ ਪਰਮਾਤਮਾ ਤੇ ਟਿਕਿਆ ਰਹਿੰਦਾ ਸੀ। ਕਹਿੰਦੇ ਹਨ ਕਿ ਉਹਨਾਂ ਨੂੰ 5 ਸਾਲ ਦੀ ਉਮਰ ਵਿੱਚ ਪੜ੍ਹਨੇ ਪਾਇਆ ਗਿਆ। ਅਧਿਆਪਕ ਨੇ ਤਖਤੀ ਉੱਪਰ ਓਮ ਲਿਖਣ ਨੂੰ ਕਿਹਾ ਤਾਂ ਭਗਤ ਜੀ ਨੇ ਉਸ ਥਾਂ ਤੇ ਬਿਠਲ ਲਿਖ ਦਿੱਤਾ। ਭਗਤ ਨਾਮਦੇਵ ਜੀ 8 ਸਾਲਾਂ ਦੇ ਹੋਏ ਤਾਂ ਮਾਤਾ ਪਿਤਾ ਨੇ ਉਹਨਾਂ ਦਾ ਵਿਆਹ ਗੋਬਿੰਦ ਸੇਠ ਦੀ ਪੁੱਤਰੀ ਰਾਜਾਬਾਈ ਨਾਲ ਕਰ ਦਿੱਤਾ। ਸਮਾਂ ਪਾ ਕੇ ਉਹਨਾਂ ਦੇ ਘਰ 4 ਪੁੱਤਰ ਨਾਰਾਇਣ, ਮਹਾਦੇਵ, ਗੋਬਿੰਦ ਤੇ ਬਿਠਲ ਅਤੇ ਇੱਕ ਧੀ ਲਿੰਬਾਬਾਈ ਪੈਦਾ ਹੋਈ। ਉੱਤਰੀ ਭਾਰਤ ਵਿੱਚ ਇਸ ਵੇਲੇ ਤੁਰਕਾਂ ਦਾ ਰਾਜ ਸੀ। ਭਗਤ ਨਾਮਦੇਵ ਜੀ ਦੇ ਜੀਵਨ ਕਾਲ ਸਮੇਂ ਭਾਰਤ ਦੇ ਵਿੱਚ ਇੱਕ ਪਾਸੇ ਇਸਲਾਮ ਦੇ ਹਾਕਮਾਂ ਵੱਲੋਂ ਜ਼ੁਲਮ ਢਾਏ ਜਾ ਰਹੇ ਸਨ, ਦੂਜੇ ਪਾਸੇ ਬ੍ਰਾਹਮਣਵਾਦ ਦਾ ਪ੍ਰਭਾਵ ਜ਼ੋਰਾਂ ਤੇ ਸੀ। ਇਸ ਕਰਕੇ ਮੂਰਤੀ ਪੂਜਾ ਜਾਤ ਪਾਤ ਵਿੱਚ ਲੋਕਾਂ ਦਾ ਅੰਧ ਵਿਸ਼ਵਾਸ ਸੀ। ਨਾਮਦੇਵ ਜੀ ਦੇ ਪਿਤਾ ਦਾਮ ਸੇਠੀ ਜੀ ਕੱਪੜੇ ਸਿਉਣ ਤੇ ਰੰਗਣ ਦਾ ਕੰਮ ਕਰਦੇ ਸਨ। ਇਸ ਕਰਕੇ ਉਹਨਾਂ ਨੂੰ ਨੀਵੀਂ ਜਾਤ ਦਾ ਸਮਝਿਆ ਜਾਂਦਾ ਸੀ। ਉਹਨਾਂ ਨੂੰ ਰੱਬ ਦੀ ਭਗਤੀ ਪੂਜਾ ਆਦਿ ਯੋਗ ਨਹੀਂ ਸੀ ਸਮਝਿਆ ਜਾਂਦਾ। ਨਾਮਦੇਵ ਜੀ ਬਚਪਨ ਤੋਂ ਹੀ ਚੇਤਨ ਬੁੱਧੀ ਦੇ ਮਾਲਕ ਸਨ। ਉਹਨਾਂ ਦੇ ਮਨ ਵਿੱਚ ਸੱਚੇ ਅਧਿਆਤਮਿਕ ਗਿਆਨ ਦੀ ਜੋਤ ਜਾਗਦੀ ਸੀ। ਉਹ ਅਜਿਹੇ ਸਮਾਜਿਕ ਵਿਸ਼ਵਾਸਾਂ ਤੇ ਧਾਰਮਿਕ ਪਖੰਡਵਾਦ ਨੂੰ ਕੋਈ ਮਾਨਤਾ ਨਹੀਂ ਸਨ ਦਿੰਦੇ। ਭਗਤ ਜੀ ਸਭ ਤੋਂ ਉੱਚੀ ਸ਼ਕਤੀ ਪਰਮਾਤਮਾ ਪੁਰਖੋਤਮ ਦੇ ਵਿੱਚ ਵਿਸ਼ਵਾਸ ਸੀ। ਭਗਤ ਜੀ ਦੇ ਪਿਤਾ ਜੀ ਨੇ ਪੂਰਾ ਵਾਹ ਲਾਇਆ ਕਿ ਆਪ ਕੁੱਲ ਪਰੰਪਰਾ ਦਾ ਕਿੱਤਾ ਅਪਣਾ ਲੈਂਦੇ, ਪਰ ਆਪ ਜੀ ਨੇ ਇਸ ਦੇ ਵੱਲ ਕੋਈ ਧਿਆਨ ਨਾ ਦਿੱਤਾ। ਭਗਤ ਨਾਮਦੇਵ ਜੀ ਸਾਧੂਆਂ ਦੀ ਸੰਗਤ ਕਰਨ ਵਿੱਚ ਅੰਦਰੂਨੀ ਖੁਸ਼ੀ ਮਹਿਸੂਸ ਕਰਦੇ ਸਨ। ਉਹਨਾਂ ਦੇ ਕੁਝ ਪੱਕੇ ਸਤਸੰਗੀ ਬਣ ਗਏ ਸਨ। ਉਹਨਾਂ ਨਾਲ ਉਹ ਅਧਿਆਤਮਿਕ ਵਿਚਾਰਾਂ ਕਰਦੇ ਰਹਿੰਦੇ ਸਨ। ਆਰੰਭ ਕਾਲ ਵਿੱਚ ਆਪ ਸ਼ਿਵ ਤੇ ਵਿਸ਼ਨੂੰ ਭਗਤ ਮੰਨੇ ਜਾਂਦੇ ਰਹੇ, ਪਰ ਆਤਮ ਗਿਆਨੀ ਵਿਸ਼ੋਭਾ ਖੇਚਰ ਤੇ ਗਿਆਨਦੇਵ ਜੀ ਦੀ ਸੰਗਤ ਨਾਲ ਆਪ ਜੀ ਇੱਕ ਨਿਰੰਕਾਰ ਰੱਬ ਦੇ ਸੇਵਕ, ਜਾਤ ਪਾਤ ਦੀ ਨਿਖੇਧੀ ਕਰਨ ਵਾਲੇ, ਧਾਰਮਿਕ ਪੱਖਪਾਤ ਦੀ ਵਿਰੋਧਤਾ ਦੇ ਹਿਮਾਇਤੀ ਬਣ ਗਏ। ਆਪ ਅਕਾਲ ਪੁਰਖ ਨੂੰ ਕਈ ਨਾਵਾਂ ਨਾਲ ਯਾਦ ਕਰਦੇ ਸਨ, ਪਰ ਆਪਣੇ ਸਭ ਤੋਂ ਛੋਟੇ ਤੇ ਪਿਆਰੇ ਪੁੱਤਰ ਦਾ ਨਾਮ ਬਿਠਲ ਹੋਣ ਕਾਰਨ ਰੱਬ ਦਾ ਨਾਮ ਬਿਠਲ ਵਧੇਰੇ ਪ੍ਰਚਲਿਤ ਕੀਤਾ। ਬਿਠਲ ਮਰਾਠੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਜੋ ਅਗਿਆਨੀ ਨੂੰ ਸਵੀਕਾਰੇ ਜਾਂ ਮਹਾਂਪੁਰਖਾਂ ਨੂੰ ਗਣ ਨਾ ਲਾਏ। ਆਪ ਜੀ ਦੇ ਬਚਨ ਹਨ ਕਿ ਬਿਠਲ ਸਰਬ ਵਿਆਪਕ ਹੈ। ਈਵੇ ਬਿਠਲ ਊਵੇ ਬਿਠਲ, ਬਿਠਲ ਬਿਨ ਸੰਸਾਰ ਨਹੀਂ। ਭਗਤ ਨਾਮਦੇਵ ਜੀ ਗਿਆਨਦੇਵ ਜੀ ਤੋਂ ਉਮਰ 'ਚ 5 ਸਾਲ ਵੱਡੇ ਸਨ। ਇਸ ਲਈ ਕੁਝ ਇਤਿਹਾਸਕਾਰਾਂ ਮੁਤਾਬਕ ਆਪ ਨੇ ਵਿਸ਼ੋਭਾ ਖੇਚਰ ਜੀ ਨੂੰ ਆਪਣਾ ਗੁਰੂ ਸਵੀਕਾਰ ਕਰ ਲਿਆ ਸੀ। ਭਗਤ ਨਾਮਦੇਵ ਜੀ ਨੇ ਸੰਤ ਗਿਆਨਦੇਵ ਜੀ ਨਾਲ ਮਿਲ ਕੇ ਪੂਰੇ ਮਹਾਰਾਸ਼ਟਰ ਦਾ ਭ੍ਰਮਣ ਕੀਤਾ, ਭਗਤੀ ਗੀਤ ਰਚੇ ਅਤੇ ਜਨਤਾ ਜਨਾਰਦਨ ਨੂੰ ਸਮਾਨਤਾ ਤੇ ਇੱਕ ਪ੍ਰਭੂ ਦਾ ਪਾਠ ਪੜ੍ਹਾਇਆ। ਸੰਨ 1295 ਵਿੱਚ ਸੰਤ ਗਿਆਨਦੇਵ ਜੀ ਦੇ ਪਰਲੋਕ ਗਗਨ ਤੋਂ ਬਾਅਦ ਆਪ ਜੀ ਨੇ ਪੂਰੇ ਭਾਰਤ ਦਾ ਭ੍ਰਮਣ ਕੀਤਾ ਤੇ ਮਰਾਠੀ ਭਾਸ਼ਾ ਤੋਂ ਇਲਾਵਾ ਹਿੰਦੀ ਵਿੱਚ ਵੀ ਰਚਨਾਵਾਂ ਲਿਖੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1164 ਤੇ ਭੈਰੋ ਰਾਗ ਵਿੱਚ ਭਗਤ ਨਾਮਦੇਵ ਜੀ ਦਾ ਇੱਕ ਲੰਬਾ ਸ਼ਬਦ ਹੈ ਜਿਸ ਦੀਆਂ ਆਰੰਭਿਕ ਤੁਕਾਂ ਹਨ। ਸੁਲਤਾਨ ਪੂਛੇ
ਸੁਨ ਬੇ ਨਾਮਾ ਦੇਖੋ ਰਾਮ ਤੁਮਾਰੇ ਕਾਮਾ। ਇਸ ਸ਼ਬਦ ਤੇ ਸ਼ਾਬਦਿਕ ਅਰਥ ਅਨੁਸਾਰ ਕਿਸੇ ਸੁਲਤਾਨ ਨੇ ਭਗਤ ਜੀ ਨੂੰ ਕੈਦ ਕਰ ਲਿਆ ਤੇ ਆਖਿਆ ਕਿ ਉਹ ਆਪਣੇ ਰਾਮ ਪ੍ਰਭੂ ਜੀ ਦੀ ਸ਼ਕਤੀ ਪ੍ਰਗਟਾਉਣ ਲਈ ਮਰੀ ਹੋਈ ਗਾਂ ਜਿਉਂਦੀ ਕਰ ਦੇਵੇ, ਨਹੀਂ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ। ਭਗਤ ਜੀ ਨੇ ਕਿਹਾ ਕਿ ਉਹ ਕੁਝ ਨਹੀਂ ਕਰ ਸਕਦੇ ਕਿਉਂਕਿ ਹੁੰਦਾ ਉਹੀ ਹੈ ਜੋ ਪ੍ਰਭੂ ਕਰਦਾ ਹੈ। ਭਲਾ ਮਰੀ ਹੋਈ ਗਾਂ ਕਿਵੇਂ ਜਿਉਂਦੀ ਹੋ ਸਕਦੀ ਹੈ? ਇਹ ਸੁਣ ਕੇ ਬਾਦਸ਼ਾਹ ਗੁੱਸੇ ਵਿੱਚ ਆ ਗਿਆ। ਉਸਨੇ ਭਗਤ ਜੀ ਤੇ ਹਾਥੀ ਚੜਾ ਦਿੱਤਾ। ਹਾਥੀ ਸੁੰਡ ਨਾਲ ਵਾਰ ਕਰਦਾ ਹੈ ਪਰ ਭਗਤ ਜੀ ਬਚ ਜਾਂਦੇ ਹਨ। ਭਗਤ ਜੀ ਦੀ ਮਾਤਾ ਰੋ ਰੋ ਕੇ ਆਖਦੀ ਹੈ, ਤੂੰ ਰਾਮ ਦੀ ਥਾਂ ਖੁਦਾ ਕਿਉਂ ਨਹੀਂ ਕਹਿ ਦਿੰਦਾ? ਉਂਝ ਵੀ ਤਾਂ ਤੂੰ ਰਾਮ ਤੇ ਖੁਦਾ ਵਿੱਚ ਕੋਈ ਫਰਕ ਨਹੀਂ ਸਮਝਦਾ। ਪਰ ਭਗਤ ਜੀ ਦੀ ਮਾਂ ਦੀ ਗੱਲ ਮੰਨ ਕੇ ਅਤਿਆਚਾਰ ਅੱਗੇ ਝੁਕਣਾ ਪਰਵਾਹ ਨਹੀਂ ਕਰਦੇ। ਪ੍ਰਭੂ ਨੇ ਕੌਤਿਕ ਵਰਤਾਇਆ ਤੇ ਮਰੀ ਹੋਈ ਗਾਂ ਜਿਉਂਦੀ ਹੋ ਗਈ। ਬਾਦਸ਼ਾਹ ਨੇ ਮਾਫੀ ਮੰਗੀ ਤੇ ਭਗਤ ਜੀ ਦੀ ਹਰ ਥਾਂ ਵਡਿਆਈ ਹੋਣ ਲੱਗੀ। ਬਾਦਸ਼ਾਹ ਨੇ 1296 ਵਿੱਚ ਦੇਵਨਾਗਰੀ ਨੂੰ ਆਪਣੀ ਸਲਤਨਤ ਵਿੱਚ ਸ਼ਾਮਲ ਕੀਤਾ। ਉਸ ਸਮੇਂ ਨਾਮਦੇਵ ਪੰਢਰਪੁਰ ਵਿੱਚ ਆਰਾਧਨਾ ਕਰ ਰਿਹਾ ਸੀ ਤੇ ਲੋਕਾਂ ਨੂੰ ਆਤਮਿਕ ਉਪਦੇਸ਼ ਦੇ ਰਿਹਾ ਸੀ। ਜਦ ਭਗਤ ਨਾਮਦੇਵ ਜੀ ਦੇ ਸਭ ਸਾਥੀ ਕਾਲਵਸ ਹੋ ਗਏ ਤਾਂ ਆਪ ਮਹਾਰਾਸ਼ਟਰ ਛੱਡ ਕੇ ਪੰਜਾਬ ਆ ਗਏ। ਆਪ ਜੀ ਨੇ ਜੀਵਨ ਦੇ ਆਖਰੀ ਲਗਭਗ 20 ਸਾਲ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੁਮਾਣ ਵਿਖੇ ਗੁਜ਼ਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਨਾਮਦੇਵ ਜੀ ਦੇ 18 ਰਾਗਾਂ ਦੇ ਵਿੱਚ 61 ਸ਼ਬਦ ਦਰਜ ਹਨ। ਲੋੜ ਹੈ ਅਜਿਹੇ ਮਹਾਂਪੁਰਖਾਂ ਦੇ ਵਿਚਾਰਾਂ ਦਾ ਪ੍ਰਸਾਰ ਕਰਨ ਦੀ ਤਾਂ ਜੋ ਸਮਾਜ ਵਿੱਚ ਸ਼ਾਂਤੀ ਤੇ ਸਥਿਰਤਾ ਪੈਦਾ ਕਰ ਸਕੀਏ। ਊਚ ਨੀਚ, ਜਾਤ ਪਾਤ, ਫਿਰਕਾ ਪ੍ਰਸਤੀ ਤੇ ਭੇਦਭਾਵ ਦੂਰ ਕਰ ਸਕੀਏ। ਸਾਰੀ ਮਨੁੱਖਤਾ ਦਾ ਇੱਕ ਸਾਂਝਾ ਰੱਬ ਤੇ ਭਾਈਚਾਰਾ ਸਥਾਪਿਤ ਕਰ ਸਕੀਏ। ਭਗਤ ਜੀ ਦੀ ਬਾਣੀ ਦਾ ਮੁੱਖ ਉਦੇਸ਼ ਹੀ ਮਾਨਵ ਕਲਿਆਣ ਸੀ। ਆਪਣੇ ਜੀਵਨ ਦੇ ਲਗਭਗ 18 ਸਾਲ ਆਪ ਜੀ ਨੇ ਪੰਜਾਬ ਦੇ ਪਿੰਡ ਘੁਮਾਣ ਵਿਖੇ ਬਿਤਾਏ ਅਤੇ ਇੱਥੇ ਹੀ ਸਨ 1750 ਈਸਵੀ ਵਿੱਚ ਆਪ ਜੀ ਦਾ ਦੇਹਾਂਤ ਹੋ ਗਿਆ। ਇਸ ਪਿੰਡ ਦੇ ਵਿੱਚ ਬਣਿਆ ਗੁਰਦੁਆਰਾ ਤਪ ਸਥਾਨ ਇਸ ਗੱਲ ਦੀ ਸਾਖੀ ਭਰਦਾ ਹੈ। ਆਪ ਜੀ ਦੀ ਮਿੱਠੀ ਯਾਦ ਦੇ ਵਿੱਚ ਇਸੇ ਸਥਾਨ ਤੇ ਦੇਹੁਰਾ ਬਾਬਾ ਨਾਮਦੇਵ ਬਣਿਆ ਹੋਇਆ ਹੈ। ਸੰਗਤਾਂ ਨਿਰੰਤਰ ਇਸ ਸਥਾਨ ਤੇ ਹਾਜ਼ਰੀ ਭਰਦੀਆਂ ਰਹਿੰਦੀਆਂ ਹਨ। ਇਹ ਸੀ ਜੀ ਭਗਤ ਨਾਮਦੇਵ ਜੀ ਦਾ ਪੂਰਾ ਇਤਿਹਾਸ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਜਿਨ੍ਹਾਂ ਨੂੰ ਲੋਕ ਪੂਜਦੇ ਹਨ, ਜਿਨ੍ਹਾਂ ਨੇ ਆਪਣੀ ਭਗਤੀ ਨਾਲ ਉਸ ਪਰਮਾਤਮਾ ਨੂੰ ਪਾਇਆ। ਪਰਮਾਤਮਾ ਗਰੀਬੀ ਅਮੀਰੀ ਕੁਝ ਨਹੀਂ ਦੇਖਦਾ। ਪਰਮਾਤਮਾ ਸਿਰਫ ਉਹਨਾਂ ਦੇ ਮਨ, ਉਹਨਾਂ ਦਾ ਸਿਮਰਨ, ਉਹ ਕਿੰਨੇ ਵਾਹਿਗੁਰੂ ਨਾਲ ਜੁੜੇ ਹੋਏ ਹਨ। ਉਹਨਾਂ ਨੂੰ ਅਮੀਰੀ ਗਰੀਬੀ ਨਾਲ ਕੋਈ ਫਰਕ ਨਹੀਂ ਪੈਂਦਾ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ, ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।